सिख पंथ विच भाई मरदाना जी नूं बहुत वड्डी महत्ता प्राप्त है। आप जी नूं सिख पंथ दे पहले कीर्तनीय होण दा माण भी प्राप्त है। भाई मरदाना जी ਉਹ ਸੁਭਾਗੀ रूह ਹਨ जिन्हां ने सब तो ਵੱਧ ਸਮਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਗ ਗੁਜ਼ਾਰਿਆ। ਭਾਈ ਮਰਦਾਨਾ ਜੀ ਦਾ ਜਨਮ ਰਾਏ ਭੋਇੰ ਦੀ ਤਲਵੰਡੀ ਵਿਖੇ ਭਾਈ ਬਾਦਰੇ ਅਤੇ ਬੀਬੀ ਲੱਖੋ ਜੀ ਦੇ ਘਰ ਸੰਮਤ 1516 ਮੁਤਾਬਕ 1459 ਈਸਵੀ ਵਿੱਚ ਹੋਇਆ। ਆਪ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲਗਭਗ 10 ਸਾਲ ਵੱਡੇ ਸਨ। ਭਾਈ ਮਰਦਾਨਾ ਜੀ ਦਾ ਤਾਲੁਕ ਇੱਕ ਮਿਰਾਸੀ ਪਰਿਵਾਰ ਨਾਲ ਸੀ, ਜਿਸ ਸਦਕਾ ਬਚਪਨ ਤੋਂ ਹੀ ਆਪ ਨੂੰ ਰਾਗ ਦੀ ਗੁੜਤੀ ਮਿਲੀ ਹੋਈ ਸੀ। ਉਸ ਵੇਲੇ ਤੋਂ ਹੀ ਮਿਰਾਸੀਆਂ ਦਾ ਤੰਤੀ ਸਾਜ਼ ਰਬਾਬ ਮੰਨਿਆ ਜਾਂਦਾ ਹੈ। ਇਸੇ ਕਰਕੇ ਆਪ ਜੀ ਨੂੰ ਰਬਾਬੀ ਕਰਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਦੇ 10 ਪਿੰਡਾਂ ਦੇ ਪਟਵਾਰੀ ਸਨ। ਇਸ ਕਰਕੇ ਭਾਈ ਮਰਦਾਨਾ ਜੀ ਦੇ ਪਿਤਾ ਜੀ ਦਾ ਗੁਰੂ ਸਾਹਿਬ ਦੇ ਘਰ ਨਿਤ ਆਉਣਾ ਜਾਣਾ ਸੁਭਾਵਿਕ ਸੀ, ਕਿਉਂਕਿ ਉਹਨਾਂ ਦੀਆਂ ਸੈਂਕੜੇ ਲੋੜਾਂ ਇਸ ਘਰ ਨਾਲ ਜੁੜੀਆਂ ਹੋਈਆਂ ਸਨ। ਇਸੇ ਕਾਰਨ ਭਾਈ ਮਰਦਾਨਾ ਜੀ ਵੀ ਆਪਣੇ ਪਿਤਾ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਘਰ ਆਉਂਦੇ ਰਹਿੰਦੇ ਸਨ। ਉਸ ਵੇਲੇ ਭਾਰਤ ਵਿੱਚ ਕੁੱਲ 2 ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਸਨ, ਜਿਨ੍ਹਾਂ ਦਾ ਸੰਬੰਧ ਵਿਸ਼ੇਸ਼ ਕਰਕੇ ਗਾਉਣ ਵਜਾਉਣ ਨਾਲ ਰਿਹਾ ਹੈ। ਪਹਿਲੇ ਹਿੰਦੂ ਭਾਈਚਾਰੇ ਦੇ ਅੰਦਰ ਰਾਜਪੂਤਾਂ ਵਿੱਚ ਭੱਟ ਤੇ ਦੂਜੇ ਮੁਸਲਮਾਨ ਭਾਈਚਾਰੇ ਵਿੱਚ ਮਿਰਾਸੀ। ਰਾਜਪੂਤਾਂ ਅੰਦਰ ਭੱਟਾਂ ਦਾ ਵਿਸ਼ੇਸ਼ ਸਥਾਨ ਹੈ। ਭੱਟ ਲੋਕ ਸੂਰਬੀਰਾਂ ਦੀਆਂ ਗਾਥਾਵਾਂ ਗਾ ਕੇ ਸੁਣਾਉਂਦੇ ਤੇ ਚੰਗਾ ਇਨਾਮ ਪ੍ਰਾਪਤ ਕਰਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਦੇ। ਭੱਟ ਸਨ ਤਾਂ ਬ੍ਰਾਹਮਣ ਹੀ, ਪਰ ਬ੍ਰਾਹਮਣਾਂ ਦੇ ਮੁਕਾਬਲੇ ਵਿੱਚ ਇਹ ਨੀਵੇਂ ਮੰਨੇ ਜਾਂਦੇ ਸਨ। ਭੱਟਾਂ ਦਾ ਵਿਸ਼ੇਸ਼ ਕੰਮ ਮਹਿਮਾ ਗਾਇਨ ਕਰਨਾ ਜਾਂ ਸੁਣਾਉਣਾ ਸੀ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੁੰਦਾ ਹੈ, ਉਦੋਂ ਭੱਟਾਂ ਦੇ ਸਵਈਆਂ ਦਾ ਗਾਇਨ ਕੁਝ ਸੱਜਣ ਵਾਰੋ-ਵਾਰੀ ਖੜੇ ਹੋ ਕੇ ਕਰਦੇ ਹਨ। ਇਹੋ ਹੀ ਭੱਟ ਪਰੰਪਰਾ ਦਾ ਪ੍ਰਮਾਣਿਕ ਨਮੂਨਾ ਹੈ, ਜਿਸ ਦਾ ਮੂਲ ਆਧਾਰ ਪਾਰ ਬ੍ਰਹਮ ਦੀ ਉਸਤਤ ਭਾਵ ਮਹਿਮਾ ਹੈ। ਕੁੱਲ ਮਿਲਾ ਕੇ ਸੂਰਬੀਰਤਾ ਦੀ ਮਹਿਮਾ ਜਾਂ ਹਰੀ ਜਸ ਗਾਇਨ ਕਰਨਾ ਹੀ ਭੱਟਾਂ ਦੀ ਵਿਸ਼ੇਸ਼ਤਾ ਹੈ। ਦੂਜੇ ਬੰਨੇ ਇੱਦਾਂ ਹੀ ਥੋੜ੍ਹੇ ਬਹੁਤ ਅੰਤਰ ਨਾਲ ਇਸਲਾਮ ਮਤ ਵਿੱਚ ਅਜਿਹੇ ਲੋਕ ਮਿਰਾਸੀ ਜਾਂ ਡੂਮ ਅਖਵਾਏ, ਜੋ ਵੱਡੇ ਵੱਡੇ ਜ਼ਿਮੀਂਦਾਰਾਂ ਦੇ ਘਰ ਵਿਆਹ ਜਾਂ ਹੋਰ ਖੁਸ਼ੀਆਂ ਵਿੱਚ ਗਾ ਵਜਾ ਕੇ ਉਹਨਾਂ ਦੀ ਸਿਫਤ ਕਰ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਦੇ ਸਨ। ਪਹਿਲਾਂ ਇਹ ਸੰਸਾਰੀ ਯੋਧਿਆਂ ਦੀ ਉਸਤਤੀ ਕਰਕੇ ਵੀ ਸਮਾਜ ਵਿੱਚ ਵਿਚਰਦੇ ਸਨ। ਸੋ ਭੱਟ ਅਤੇ ਮਿਰਾਸੀ ਦੋਵੇਂ ਹੀ ਮਹਿਮਾ ਗਾਉਣ ਨਾਲ ਜੁੜੇ ਹੋਏ ਹਨ। ਉਸ ਵੇਲੇ ਦੇ ਸਮਾਜ ਅੰਦਰ ਜਿੱਥੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀ ਵੰਡ ਕਰਕੇ ਨਫ਼ਰਤ ਫੈਲਾਈ ਜਾਂਦੀ ਸੀ, ਉੱਥੇ ਇਹਨਾਂ ਸਾਰਿਆਂ ਤੋਂ ਨੀਵਾਂ ਪ੍ਰਚਲਿਤ ਕੀਤਾ ਗਿਆ ਸੀ ਮੁਸਲਮਾਨਾਂ ਨੂੰ, ਜਿਨ੍ਹਾਂ ਨੂੰ ਮਲੇਚ ਕਹਿ ਕੇ ਵੀ ਨਿੰਦਿਆ ਜਾਂਦਾ ਸੀ। ਤੇ ਮਿਰਾਸੀ ਤਾਂ ਇਹਨਾਂ ਮੁਸਲਮਾਨਾਂ ਵਿੱਚੋਂ ਵੀ ਨੀਚ ਮਿੱਥੇ ਗਏ ਸਨ। ਕਿੰਨਾ ਧੱਕਾ ਸੀ ਰੱਬ ਦੇ ਬਣਾਏ ਮਨੁੱਖਾਂ ਨਾਲ। ਇੱਕੋ ਰੱਬ ਦੇ ਬਣਾਏ ਮਨੁੱਖਾਂ ਨਾਲ ਕਿੰਨੀ ਨਫ਼ਰਤ ਫੈਲਾਈ ਜਾ ਰਹੀ ਸੀ। ਐਸੇ ਮਾਹੌਲ ਅੰਦਰ ਮਿਰਾਸੀ ਕੁਲ ਦੇ ਮਰਦਾਨਾ ਜੀ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਕਹਿ ਕੇ ਸੰਬੋਧਨ ਕੀਤਾ। ਪਰਮਾਤਮਾ ਦੇ ਬਣਾਏ ਸਾਰੇ ਮਨੁੱਖ ਇੱਕ ਬਰਾਬਰ ਹਨ ਦੀ ਸੀਖ ਦਿੰਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੀ ਹਿੱਕ ਨਾਲ ਲਾ ਆਪਣਾ ਪੱਕਾ ਸਾਥੀ ਬਣਾ ਲਿਆ ਤੇ ਵੰਡੀਆਂ ਕਰਨ ਵਾਲਿਆਂ ਨੂੰ ਭਾਰੀ ਸੱਟ ਮਾਰੀ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਿੱਥੇ ਅੰਮ੍ਰਿਤ ਵੇਲੇ ਭੱਟ ਪਰੰਪਰਾ ਨੂੰ ਦੁਹਰਾਇਆ ਜਾਂਦਾ ਹੈ, ਉੱਥੇ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ ਮਿਰਾਸੀ ਪਰੰਪਰਾ ਦਾ ਸੰਕੇਤਕ ਹੈ। ਨਿਰੰਕਾਰ ਨੇ ਭਾਈ ਮਰਦਾਨਾ ਜੀ ਨੂੰ ਬਹੁਤ ਹੀ ਸੁਰੀਲਾ ਕੰਠ ਬਖਸ਼ਿਆ ਹੋਇਆ ਸੀ। ਆਪ ਜੀ ਨੂੰ ਸੰਗੀਤ ਦੇ ਸੁਰ ਤਾਲ ਦਾ ਵੀ ਪੂਰਾ ਗਿਆਨ ਸੀ ਤੇ ਆਪ ਸੰਗੀਤ ਦੇ ਮਾਹਿਰ ਸਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 2 ਵੇਲੇ ਦਾ ਸਤਸੰਗ ਦਾ ਨੇਮ ਸੀ ਤੇ ਇਸ ਨੇਮ ਵਿੱਚ ਰਬਾਬ ਦੀ ਸੇਵਾ ਦਾ ਮਾਣ ਭਾਈ ਮਰਦਾਨਾ ਜੀ ਨੂੰ ਮਿਲਿਆ। ਗੁਰਬਾਣੀ ਅੰਦਰ ਵਰਤੇ ਗਏ ਕੁੱਲ 31 ਰਾਗਾਂ ਵਿੱਚ 19 ਰਾਗ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੇ। ਇੱਥੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ 19 ਰਾਗਾਂ ਨੂੰ ਗਾਉਣ ਵਾਲੇ ਗੁਰੂ ਪਾਤਸ਼ਾਹ ਜੀ ਦੇ ਨਾਲ ਉਸ ਵੇਲੇ ਸਿਰਫ ਭਾਈ ਮਰਦਾਨਾ ਜੀ ਹੀ ਸਨ ਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਭਾਈ ਮਰਦਾਨਾ ਜੀ 19 ਰਾਗਾਂ ਦੇ ਮਾਹਿਰ ਅਤੇ ਆਪਣੇ ਸਮੇਂ ਦੇ ਸਭ ਤੋਂ ਵੱਡੇ ਕਲਾਕਾਰ ਹੋ ਨਿਤਰੇ। ਭਾਈ ਮਰਦਾਨਾ ਜੀ ਦਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮੇਲ ਦੀ ਗੱਲ ਕਰੀਏ ਤੇ ਇਤਿਹਾਸ ਵਿੱਚ ਆਪ ਦੋਹਾਂ ਦਾ ਰੂਹਾਨੀਅਤ ਵਾਲਾ ਪਹਿਲਾ ਮੇਲ 1480 ਈਸਵੀ ਵਿੱਚ ਹੋਇਆ ਮਿਲਦਾ ਹੈ।
ਜਦੋਂ ਭਾਈ ਮਰਦਾਨਾ ਜੀ 21 ਵਰਿਆਂ ਦੇ ਸਨ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ 11 ਵਰਿਆਂ ਦੇ, ਇੱਥੋਂ ਹੀ ਗੁਰੂ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਨਾਲ ਆਪ ਜੀ ਰਬਾਬ ਦੀ ਸੇਵਾ ਕਰਨ ਲੱਗੇ। ਕਹਿਣ ਨੂੰ ਤਾਂ ਇੱਕ ਮੁਰਸ਼ਦ ਤੇ ਦੂਜਾ ਮੁਰੀਦ ਸੀ, ਪਰ ਇਹ ਜਨਮਾਂ ਦੀ ਸਾਂਝ ਰੱਖਣ ਵਾਲੇ ਦੋ ਸੰਗੀ ਵੀ ਸਨ। ਜਦੋਂ ਜਨਮਾਂ ਦੀ ਤਪੱਸਿਆ ਵਰ ਆਵੇ ਤਾਂ ਹੀ ਕਿਸੇ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਗ ਸਾਥ ਨਸੀਬ ਹੁੰਦਾ ਹੈ। ਭਾਈ ਮਰਦਾਨਾ ਜੀ ਨੇ ਆਪਣੀ 75 ਵਰਿਆਂ ਦੀ ਉਮਰ ਵਿੱਚ ਲਗਭਗ 54 ਵਰੇ ਗੁਰੂ ਬਾਬਾ ਜੀ ਦੀ ਸੰਗਤ ਕੀਤੀ। ਆਪ ਜੀ ਗੁਰੂ ਪਿਤਾ ਜੀ ਦੀਆਂ ਚਾਰੇ ਉਦਾਸੀਆਂ ਵੇਲੇ ਉਹਨਾਂ ਦੇ ਨਾਲ ਰਹੇ ਤੇ ਇਹਨਾਂ ਸਾਲਾਂ ਵਿੱਚ ਆਪ ਨੇ ਗੁਰੂ ਜੀ ਦੇ ਨਾਲ ਹਰ ਔਕੜ ਦਾ ਦਲੇਰੀ ਨਾਲ ਸਾਹਮਣਾ ਕੀਤਾ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਸ਼ੁਰੂ ਵਿੱਚ ਹੀ ਸਿੱਖੀ ਦੇ 3 ਅਸੂਲ ਦ੍ਰਿੜ ਕਰਵਾਏ। ਪਹਿਲਾ ਇਹ ਕਿ ਪਿਛਲ ਰਾਤੀ ਭਾਵ ਅੰਮ੍ਰਿਤ ਵੇਲੇ ਸਤਨਾਮ ਦਾ ਜਾਪ ਕਰਨਾ ਹੈ। ਦੂਜਾ ਇਹ ਕਿ ਕੇਸ ਨਹੀਂ ਕਟਵਾਉਣੇ ਤੇ ਤੀਜਾ ਇਹ ਕਿ ਆਏ ਗਏ ਲੋੜਵੰਦ ਦੀ ਮਦਦ ਕਰਨੀ ਹੈ। ਗੁਰੂ ਪਾਤਸ਼ਾਹ ਜੀ ਦੇ ਇਹ ਤਿੰਨੋਂ ਹੀ ਉਪਦੇਸ਼ ਹਰ ਸਿੱਖ ਉੱਤੇ ਲਾਗੂ ਹੁੰਦੇ ਹਨ ਤੇ ਸਾਨੂੰ ਆਪਣੇ ਅੰਦਰ ਅਜੇ ਵਿਚਾਰਨ ਦੀ ਲੋੜ ਹੈ ਕਿ ਅਸੀਂ ਗੁਰੂ ਜੀ ਦੇ ਇਹਨਾਂ ਤਿੰਨੋਂ ਉਪਦੇਸ਼ਾਂ ਉੱਤੇ ਕਿੰਨਾ ਖਰੇ ਉਤਰ ਰਹੇ ਹਾਂ। ਉਸ ਵੇਲੇ ਸਿੱਖੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਰ ਇੱਕ ਨੂੰ ਇਹ ਤਿੰਨੇ ਹੀ ਉਪਦੇਸ਼ ਦ੍ਰਿੜ ਕਰਵਾਏ ਜਾਂਦੇ ਸਨ। ਭਾਈ ਮਰਦਾਨਾ ਜੀ ਵੀ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਮਨੁੱਖ ਨੂੰ ਗੁਰੂ ਜੀ ਦੁਆਰਾ ਦੱਸੇ ਗਏ ਇਹ ਤਿੰਨੋਂ ਹੀ ਨੇਮ ਦ੍ਰਿੜ ਕਰਵਾਉਂਦੇ ਸਨ। ਇਸ ਗੱਲ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਪੰਥ ਵਿੱਚ ਕੇਸ ਰੱਖਣ ਦਾ ਹੁਕਮ ਪਹਿਲੇ ਜਾਮੇ ਤੋਂ ਹੀ ਦਿੱਤਾ ਗਿਆ ਸੀ। ਸਿੱਖ ਧਰਮ ਵਿੱਚ ਪ੍ਰਵੇਸ਼ ਵਾਸਤੇ ਪਹਿਲਾਂ ਪੂਰਨ ਮਨੁੱਖੀ ਸ਼ਕਲ ਨੂੰ ਸੰਭਾਲਣਾ, ਇਹ ਨਿਯਮ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੀ ਲਾਗੂ ਹੈ। ਪਹਿਲੀ ਉਦਾਸੀ ਵੇਲੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਲਗਭਗ 31 ਵਰਿਆਂ ਦੀ ਸੀ ਤੇ ਭਾਈ ਮਰਦਾਨਾ ਜੀ ਦੀ 41 ਵਰਿਆਂ ਦੀ ਸੀ। ਗੁਰੂ ਪਾਤਸ਼ਾਹ ਜੀ ਨੇ ਕੁੱਲ 4 ਉਦਾਸੀਆਂ ਕੀਤੀਆਂ ਤੇ ਇਹ ਸਾਰੀਆਂ ਹੀ ਦੂਜੇ ਧਰਮਾਂ ਦੀਆਂ ਧਾਰਮਿਕ ਰਿਵਾਇਤਾਂ ਨਾਲ ਸੰਵਾਦ ਰਚਾਉਣ ਲਈ ਕੀਤੀਆਂ, ਜਿਨ੍ਹਾਂ ਦਾ ਉਦੇਸ਼ ਮਨੁੱਖਤਾ ਦੀ ਭਲਾਈ ਸੀ। ਇਹਨਾਂ ਸਾਰੇ ਹੀ ਪ੍ਰਚਾਰਕ ਦੌਰਿਆਂ ਵੇਲੇ ਭਾਈ ਮਰਦਾਨਾ ਜੀ ਗੁਰੂ ਪਾਤਸ਼ਾਹ ਜੀ ਦੇ ਨਾਲ ਸਨ। ਭਾਈ ਗੁਰਦਾਸ ਜੀ ਵੀ ਆਪਣੀ ਬਾਣੀ ਅੰਦਰ ਇੰਜ ਸੰਕੇਤ ਦਿੰਦੇ ਹਨ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨਾ ਜੀ ਗੁਰੂ ਜੀ ਦੀ ਕਿਰਪਾ ਤੇ ਸਹਾਇਤਾ ਨਾਲ ਉਹਨਾਂ ਨਾਲ ਹਰ ਹਾਲ 'ਚ ਮਜ਼ਬੂਤੀ ਤੇ ਨਿਡਰਤਾ ਨਾਲ ਅੱਗੇ ਵਧਦੇ ਰਹੇ ਤੇ ਗੁਰੂ ਜੀ ਦੇ ਨਾਲ ਪ੍ਰਭੂ ਬੰਦਗੀ ਤੇ ਸਿੱਖੀ ਪ੍ਰਚਾਰ ਵਿੱਚ ਰੁੱਝੇ ਰਹੇ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹਰ ਧਰਮ ਦੇ ਧਰਮ ਕੇਂਦਰਾਂ ਵਿੱਚ ਗਏ ਤੇ ਉੱਥੇ ਵਿਚਾਰ ਵਟਾਂਦਰਾ ਕਰ ਉਹਨਾਂ ਨੂੰ ਫੋਕਟ ਕਰਮ ਕਾਂਡਾਂ ਤੋਂ ਕੱਢ ਸਿੱਧੇ ਰਾਹ ਪਾਇਆ। ਇਹਨਾਂ ਸਾਰੀਆਂ ਹੀ ਯਾਤਰਾਵਾਂ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਅਨੇਕਾਂ ਕੌਤਕ ਵੇਖੇ, ਅਨੇਕਾਂ ਘਟਨਾਵਾਂ ਉਹਨਾਂ ਨਾਲ ਵਾਪਰੀਆਂ, ਜਿਨ੍ਹਾਂ ਦਾ ਸਮਾਧਾਨ ਗੁਰੂ ਬਾਬਾ ਜੀ ਨੇ ਕੀਤਾ ਤੇ ਉਹਨਾਂ ਦੇ ਅਨੇਕਾਂ ਸ਼ੰਕੇ ਵੀ ਦੂਰ ਕੀਤੇ। ਭਾਈ ਮਰਦਾਨਾ ਜੀ ਵਿੱਚ ਜਿੱਥੇ ਗੁਰੂ ਬਾਬਾ ਜੀ ਨਾਲ ਮਿੱਤਰਾਂ ਵਾਲੀ ਖੁੱਲ੍ਹ ਸੀ, ਉੱਥੇ ਉਹ ਆਗਿਆਕਾਰਤਾ ਵਿੱਚ ਵੀ ਨਿਪੁੰਨ ਸਨ। ਭਾਈ ਮਰਦਾਨਾ ਜੀ ਨੇ ਗੁਰੂ ਪਾਤਸ਼ਾਹ ਜੀ ਦੀ ਹਰ ਗੱਲ, ਹਰ ਹੁਕਮ ਨੂੰ ਖਿੜੇ ਮੱਥੇ ਮੰਨਿਆ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪਿਆਰੇ ਸਾਥੀ ਨੇ ਆਪਣੇ ਮੁਰਸ਼ਦ ਕਾਮਲ ਨਾਲ ਅਤ ਦਾ ਕਰੜਾ ਤੇ ਕਠਿਨਾਈਆਂ ਭਰਾ ਸਮਾਂ ਕੱਟਿਆ। ਕਈ ਦਿਨ ਫਾਕੇ ਕੱਟੇ, ਸਰਦੀ, ਗਰਮੀ, ਮੀਂਹ, ਖੁੰਖਾਰ ਜੰਗਲਾਂ ਦੇ ਡਰਾਉਣੇ ਰਾਹ, ਖੱਡਾਂ, ਪਗਡੰਡੀਆਂ, ਨੋਕੀਲੇ ਪੱਥਰਾਂ ਤੇ ਕੰਡਿਆਂ ਭਰੇ ਭਿਆਨਕ ਰਾਹਾਂ ਤੇ ਪੁਰਸਕੂਨ ਹੋ ਕੇ ਆਪਣੇ ਮੁਰਸ਼ਦ ਦਾ ਹੱਥ ਫੜੀ ਚੱਲਦੇ ਰਹੇ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਕਰਕੇ ਭਾਈ ਮਰਦਾਨਾ ਜੀ ਦਾ ਨਿਰੰਕਾਰ ਵਿੱਚ ਪੂਰਨ ਭਰੋਸਾ ਸੀ। ਆਪ ਗੁਰੂ ਪਾਤਸ਼ਾਹ ਜੀ ਦੇ ਨਾਲ ਜੰਗਲਾਂ, ਬਿਆਬਾਨ, ਰੇਗਿਸਤਾਨ ਤੇ ਮਾਰੂਥਲਾਂ ਵਿੱਚੋਂ ਗੁਜ਼ਰੇ, ਪਰ ਆਪ ਨੇ ਕਦੇ ਵੀ ਸਿਦਕ ਨਹੀਂ ਹਾਰਿਆ। ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਥਮ ਸਰੋਤਾ ਸਨ। ਆਪ ਤੁਰਕੀ ਬਾਣੀ ਗੁਰੂ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਪਹਿਲਾਂ ਸੁਣਦੇ, ਫੇਰ ਸੁਰਬੱਧ ਕਰ ਰਬਾਬ ਵਜਾਉਂਦੇ ਸਨ। ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ, ਮਰਦਾਨਿਆਂ ਰਬਾਬ ਵਜਾਏ, ਬਾਣੀ ਆਈਏ, ਤਾਂ ਇਹ ਉਹ ਸਿਰਜਣਾ ਦੇ ਪਲ ਹੁੰਦੇ ਸਨ ਜਦੋਂ ਗੁਰੂ ਪਾਤਸ਼ਾਹ ਜੀ ਬਾਣੀ ਸਿਰਜ ਰਹੇ ਹੁੰਦੇ ਸਨ ਤੇ ਭਾਈ ਮਰਦਾਨਾ ਜੀ ਪਹਿਲੇ ਪ੍ਰਮਾਣਿਕ ਸਰੋਤਾ ਹੁੰਦੇ ਸਨ ਜੋ ਗੁਰੂ ਬਾਬਾ ਜੀ ਦੇ ਮੁਖੋਂ ਸਭ ਤੋਂ ਪਹਿਲਾਂ ਬਾਣੀ ਸੁਣਦੇ ਸਨ। ਭਾਈ ਮਰਦਾਨਾ ਜੀ ਦਾ ਰੋਮ ਸੰਗੀਤ ਨਾਲ ਜੁੜਿਆ ਹੋਇਆ ਸੀ। ਭਾਈ ਸਾਹਿਬ ਜੀ ਦੀ ਸਾਦੀ ਹੋਈ ਆਵਾਜ਼ ਤੇ ਉਹਨਾਂ ਦੀ ਰਬਾਬ ਦੀ ਅਦਾਇਗੀ, ਉਹਨਾਂ ਨੂੰ ਇਹ ਦੋਵੇਂ ਹੀ ਵਸਤਾਂ ਕੁਦਰਤ ਵੱਲੋਂ ਹੀ ਮਿਲੀਆਂ ਹੋਈਆਂ ਸਨ ਤੇ ਭਾਈ ਮਰਦਾਨਾ ਜੀ ਦੇ ਇਹਨਾਂ ਦੋਹਾਂ ਹੀ ਹੁਨਰ ਨੂੰ ਗੁਰੂ ਪਾਤਸ਼ਾਹ ਜੀ ਨੇ ਇਲਾਹੀ ਸਿਫਤਾਂ ਵੱਲ ਨੂੰ ਮੋੜ ਦਿੱਤਾ।
ਭਾਈ ਮਰਦਾਨਾ ਜੀ ਦੇ ਜੀਵਨ ਸਫਰ ਤੋਂ ਇਹ ਵੀ ਸਪਸ਼ਟ ਜ਼ਾਹਿਰ ਹੁੰਦਾ ਹੈ ਕਿ ਆਪ ਬਹੁਤ ਦਲੇਰ ਵੀ ਸਨ। ਪ੍ਰਚਾਰਕ ਦੌਰਿਆਂ ਵੇਲੇ ਤਾਂ ਆਪ ਨੂੰ ਗੁਰੂ ਬਾਬਾ ਜੀ ਦਾ ਸਾਥ ਮਿਲਿਆ, ਪਰ ਵੈਸੇ ਵੀ ਆਪ ਨੂੰ ਅਨੇਕਾਂ ਵਾਰੀ ਗੁਰੂ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਇਕੱਲਿਆਂ ਹੀ ਤਲਵੰਡੀ ਤੋਂ ਸੁਲਤਾਨਪੁਰ ਤੇ ਸੁਲਤਾਨਪੁਰ ਤੋਂ ਐਮਨਾਬਾਦ ਤੇ ਐਮਨਾਬਾਦ ਤੋਂ ਤਲਵੰਡੀ ਆਣਾ ਜਾਣਾ ਪਿਆ। ਉਸ ਵੇਲੇ ਆਉਣ ਜਾਉਣ ਦੇ ਵਸੀਲੇ ਵੀ ਬਹੁਤੇ ਨਹੀਂ ਸਨ ਤੇ ਲੋਕ ਪੈਦਲ ਹੀ ਸਫ਼ਰ ਕਰਿਆ ਕਰਦੇ ਸਨ। ਭਾਈ ਮਰਦਾਨਾ ਜੀ ਬੜੇ ਹੀ ਚੰਗੇ ਤੇ ਸੁਚੇਤ ਯਾਤਰੀ ਸਨ। ਆਪ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਦੇ ਆਸਰੇ ਸਫ਼ਰ ਕਰਦੇ ਰਹੇ। ਆਪ ਜੀ ਦੀ ਦਲੇਰੀ ਦੀਆਂ ਹੋਰ ਵੀ ਕਈ ਮਿਸਾਲਾਂ ਮਿਲਦੀਆਂ ਹਨ। ਜਿਵੇਂ ਆਪ ਜੀ ਦੇ ਮਨ ਵਿੱਚ ਕੋਈ ਸ਼ੰਕਾ ਜਾਗਦੀ ਤਾਂ ਆਪ ਬੜੀ ਦਲੇਰੀ ਨਾਲ ਗੁਰੂ ਬਾਬਾ ਜੀ ਤੋਂ ਸਪਸ਼ਟੀਕਰਨ ਲੈ ਲੈਂਦੇ। ਆਪ ਨਿਮਰਤਾ ਦੇ ਪੁੰਜ ਹੋਣ ਦੇ ਬਾਵਜੂਦ ਗੁਰੂ ਪਾਤਸ਼ਾਹ ਜੀ ਦੇ ਨਾਲ ਬਾਦਲੀਲ ਸਵਾਲ ਜਵਾਬ ਕਰ ਲੈਂਦੇ ਸਨ। ਭਾਈ ਮਰਦਾਨਾ ਜੀ ਵਿੱਚ ਇੱਕ ਜਿਗਿਆਸੂ ਵਾਲੇ ਸਾਰੇ ਲੱਛਣ ਮੌਜੂਦ ਸਨ। ਇਸ ਕਰਕੇ ਉਹ ਸੰਭਾਵਿਤ ਸ਼ੰਕਿਆਂ ਅਤੇ ਪ੍ਰਸ਼ਨਾਂ ਦੇ ਹੱਲ ਗੁਰੂ ਬਾਬਾ ਜੀ ਪਾਸੋਂ ਕਰਵਾ ਲੈਂਦੇ ਸਨ ਤੇ ਇਸ ਤਰ੍ਹਾਂ ਉਹ ਗੁਰੂ ਬਾਬਾ ਜੀ ਤੋਂ ਰਹੱਸ ਦੀਆਂ ਗੱਲਾਂ ਸਮਝ ਲੈਂਦੇ ਸਨ। ਭਾਈ ਮਰਦਾਨਾ ਜੀ ਦੀ ਸੁਰਤ ਬਹੁਤ ਉਚੇਰੀ ਅਵਸਥਾ ਵਿੱਚ ਸੀ। ਉਹ ਗੁਰੂ ਪਾਤਸ਼ਾਹ ਜੀ ਤੋਂ ਹਮੇਸ਼ਾ ਉਚੇਰੀ ਵਸਤੂ ਹੀ ਮੰਗਦੇ, ਜਿਸ ਨਾਲ ਦੋਹਾਂ ਜਹਾਨਾਂ ਵਿੱਚ ਸੁਰਖਰੂ ਹੋ ਸਕਣ। ਉਹ ਗੁਰੂ ਪਾਤਸ਼ਾਹ ਜੀ ਨੂੰ ਹਮੇਸ਼ਾ ਇਹੋ ਕਹਿੰਦੇ ਸਨ ਕਿ ਮੈਨੂੰ ਵਿਛੋੜਨਾ ਨਾ ਹੀ ਆਪ ਨਾਲੋਂ, ਨਾ ਇੱਥੇ ਨਾ ਉੱਥੇ। ਭਾਈ ਮਰਦਾਨਾ ਜੀ ਗੁਰੂ ਬਾਬਾ ਜੀ ਦੇ ਇੱਕ ਸਿਰੜੀ ਸਿੱਖ ਸਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕ ਭਲਾਈ ਦੇ ਉਦੇਸ਼ ਤਹਿਤ ਆਪਣੀ 4 ਉਦਾਸੀਆਂ ਵਿੱਚ ਲਗਭਗ 39,000 ਮੀਲ ਦਾ ਲੰਮਾ ਸਫ਼ਰ ਤੈਅ ਕੀਤਾ, ਜਿਸ ਵਿੱਚ ਭਾਈ ਮਰਦਾਨਾ ਜੀ ਨੇ ਉਹ ਸਾਰੇ ਤਸੀਹੇ ਚੱਲੇ ਜੋ ਉਹਨਾਂ ਦੇ ਮੁਰਸ਼ਦ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਹੇ। ਪਰ ਸਿਰੜੀ ਭਾਈ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਦਾ ਸਾਥ ਨਹੀਂ ਛੱਡਿਆ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਆਪਣੇ ਇਸ ਅਤ ਪਿਆਰੇ ਸਿੱਖ ਉੱਪਰ ਇੰਨਾ ਰਿੱਝੇ ਕਿ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 553 ਉੱਪਰ ਬਿਹਾਗੜੀ ਦੀ ਵਾਰ ਦੀ 12ਵੀਂ ਪੌੜੀ ਦੇ ਨਾਲ 3 ਸਲੋਕ ਭਾਈ ਮਰਦਾਨਾ ਜੀ ਦੇ ਨਾਮ ਨੂੰ ਸਮਰਪਿਤ ਕਰਕੇ ਇਤਿਹਾਸ ਵਿੱਚ ਸਦਾ ਲਈ ਉਹਨਾਂ ਨੂੰ ਅਮਰ ਕਰ ਦਿੱਤਾ। ਪਰ ਕੁਝ ਬਾਣੀਕਾਰਾਂ ਨੇ ਇਹਨਾਂ ਸਲੋਕਾਂ ਬਾਰੇ ਇਹ ਲਿਖਿਆ ਹੈ ਕਿ ਇਹ ਸਲੋਕ ਭਾਈ ਮਰਦਾਨਾ ਜੀ ਦੀ ਰਚਨਾ ਹਨ। ਜੇ ਗੋਹ ਨਾਲ ਵਿਚਾਰੀਏ ਤਾਂ 2 ਗੱਲਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਲੋਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਪਰਥਾਏ ਰਚੇ ਹਨ, ਨਾ ਕਿ ਇਹ ਰਚਨਾ ਭਾਈ ਸਾਹਿਬ ਜੀ ਦੀ ਹੈ। ਪਹਿਲਾ ਇਹ ਕਿ ਇਹਨਾਂ ਸਲੋਕਾਂ ਅੰਦਰ 2 ਵਾਰੀ ਨਾਨਕ ਪਦ ਦੀ ਵਰਤੋਂ ਕੀਤੀ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਅੰਦਰ ਨਾਨਕ ਪਦ ਦੇ ਇਸਤੇਮਾਲ ਦਾ ਹੱਕ ਕੇਵਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ ਬਿਰਾਜਮਾਨ ਗੁਰੂ ਸਾਹਿਬਾਨਾਂ ਦਾ ਹੀ ਸੀ, ਕਿਸੇ ਹੋਰ ਦਾ ਨਹੀਂ। ਕਿਉਂਕਿ ਭਗਤ ਬਾਣੀ ਜਾਂ ਗੁਰਸਿੱਖਾਂ ਦੀ ਬਾਣੀ ਅੰਦਰ ਅੰਤ ਵਿੱਚ ਭਗਤ ਸਾਹਿਬਾਨਾਂ ਦੇ ਆਪਣੇ ਨਾਂ ਦਰਜ ਹਨ। ਤੇ ਦੂਜਾ ਇਹ ਕਿ ਇਹਨਾਂ ਸਲੋਕਾਂ ਦੇ ਸਿਰਲੇਖ ਵਿੱਚ ਸਲੋਕ ਮਰਦਾਨਾ ਪਹਿਲਾ ਦਰਜ ਹੈ, ਜਿਸ ਤੋਂ ਭਾਵ ਹੈ ਕਿ ਇਹ ਸਲੋਕ ਮਹੱਲਾ ਪਹਿਲਾ ਦੁਆਰਾ ਰਚਿਤ ਹਨ ਅਤੇ ਮਰਦਾਨੇ ਨੂੰ ਸੰਬੋਧਨ ਕੀਤੇ ਗਏ ਹਨ। ਸੋ ਇਥੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਿੰਨੇ ਹੀ ਸਲੋਕ ਮਹੱਲਾ ਪਹਿਲਾ ਭਾਵ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਨ। ਜੇ ਗੱਲ ਕਰੀਏ ਭਾਈ ਮਰਦਾਨੇ ਜੀ ਦੇ ਅੰਤਲੇ ਸਮੇਂ ਦੀ ਤਾਂ ਕਈ ਇਤਿਹਾਸਕਾਰ ਆਪ ਜੀ ਦਾ ਅੰਤਲਾ ਸਮਾਂ ਕਰਤਾਰਪੁਰ ਸਾਹਿਬ ਵਿਖੇ ਲਿਖਦੇ ਹਨ ਤੇ ਕਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੱਛਮ ਦੀ ਅਖੀਰਲੀ ਯਾਤਰਾ ਦੀ ਵਾਪਸੀ ਵੇਲੇ ਅਫਗਾਨਿਸਤਾਨ ਦੇ ਖੁਰਮ ਦਰਿਆ ਦੇ ਕੰਢੇ ਦਾ ਜ਼ਿਕਰ ਕਰਦੇ ਹਨ। ਭਾਈ ਮਰਦਾਨਾ ਜੀ 13 ਮੱਘਰ ਸੰਮਤ 1591 ਮੁਤਾਬਕ 1534 ਈਸਵੀ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਆਪਣੀ 75 ਵਰਿਆਂ ਦੀ ਉਮਰ ਵਿੱਚੋਂ ਲਗਭਗ 54 ਵਰੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਵਿੱਚ ਰਹਿਣ ਸਦਕਾ ਭਾਈ ਮਰਦਾਨਾ ਜੀ ਇੰਨੀ ਉੱਚੀ ਆਤਮਿਕ ਅਵਸਥਾ ਵਿੱਚ ਪੁੱਜ ਚੁੱਕੇ ਸਨ ਕਿ ਗੁਰੂ ਬਾਬਾ ਜੀ ਨੇ ਜਦੋਂ ਆਪ ਜੀ ਦੇ ਅੰਤਲੇ ਸਮੇਂ ਆਪ ਜੀ ਨੂੰ ਪੁੱਛਿਆ ਕਿ ਮਰਦਾਨਿਆਂ, ਜੇ ਤੂੰ ਚਾਹੇ ਤਾਂ ਤੇਰੀ ਦੇਹ ਨੂੰ ਬ੍ਰਾਹਮਣ ਵਾਂਗ ਦਰਿਆ ਵਿੱਚ ਸੁੱਟ ਦਈਏ, ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤਰੀ ਵਾਂਗ ਸਾੜ ਦਈਏ, ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿੱਚ ਸੁਟਵਾ ਦਈਏ, ਜੇ ਤੇਰਾ ਚਿੱਤ ਹੋਵੇ ਤਾਂ ਦਬਵਾ ਦਈਏ। ਤਾਂ ਭਾਈ ਮਰਦਾਨਾ ਜੀ ਨੇ ਉੱਤਰ ਦਿੰਦਿਆਂ ਕਿਹਾ ਕਿ ਆਪ ਜੀ ਦੇ ਉਪਦੇਸ਼ਾਂ ਕਰਕੇ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ। ਮੈਂ ਤਾਂ ਆਪਣੀ ਆਤਮਾ ਨੂੰ ਹੀ ਕੇਵਲ ਆਪਣਾ ਸਾਥੀ ਸਮਝਦਾ ਹਾਂ। ਮਿਹਰ ਦੇ ਘਰ ਆਏ ਧੰਨ ਸੱਚੇ ਪਾਤਸ਼ਾਹ ਜੀ ਫੇਰ ਬੋਲੇ, ਮਰਦਾਨਿਆਂ, ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰ ਦਈਏ। ਜਿਸ ਤੇ ਭਾਈ ਮਰਦਾਨਾ ਜੀ ਨੇ ਕੁਝ ਗੰਭੀਰ ਹੋ ਕੇ ਕਿਹਾ, ਬਾਬਾ, ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ, ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਵਦੇ ਹੋ?
ਇਹ ਸੁਣ ਗੁਰੂ ਬਾਬਾ ਜੀ ਨੇ ਅਗਾਹਾਂ ਵੱਧ ਕੇ ਭਾਈ ਮਰਦਾਨਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਲਿਆ ਤੇ ਕਿਹਾ, ਮਰਦਾਨਿਆ, ਤੂੰ ਬ੍ਰਹਮ ਨੂੰ ਪਛਾਣ ਲਿਆ ਹੈ, ਤੂੰ ਬ੍ਰਹਮ ਗਿਆਨੀ ਹੋ ਗਿਆ ਹੈ। ਅਸੀਂ ਤੈਨੂੰ ਅੱਗ ਦਾ ਦਾਗ ਦੇਵਾਂਗੇ ਤੇ ਰਾਵੀ ਨਦੀ ਵਿੱਚ ਪ੍ਰਵਾਹ ਦੇਵਾਂਗੇ। ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੀ ਪੌੜੀ ਨੰਬਰ 45 ਵਿੱਚ ਲਿਖਿਆ ਹੈ ਕਿ ਭਾਈ ਮਰਦਾਨਾ ਜੀ ਦੀ ਆਪਣੀ ਇੱਛਾ ਅਨੁਸਾਰ ਗੁਰੂ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨਾਲ ਉਹਨਾਂ ਦਾ ਸੰਸਕਾਰ ਕੀਤਾ। ਸੰਸਕਾਰ ਉਪਰੰਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਕੜਾ ਪ੍ਰਸ਼ਾਦ ਤਿਆਰ ਕਰਕੇ ਸੰਗਤਾਂ ਵਿੱਚ ਵਰਤਾਇਆ। ਭਾਈ ਮਰਦਾਨਾ ਜੀ ਨੇ ਖੁਦ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਹਾਨੀ ਮਿਸ਼ਨ ਲਈ ਸਮਰਪਿਤ ਕਰ ਦਿੱਤਾ। ਨਿਰਸੰਦੇਹ ਉਹ ਪਹਿਲੇ ਮਹਾਂਪੁਰਖ ਸਨ ਜਿਨ੍ਹਾਂ ਖੁਦ ਨੂੰ ਸਿੱਖ ਮਤ ਲਈ ਸਮਰਪਿਤ ਕੀਤਾ। ਭਾਈ ਮਰਦਾਨਾ ਜੀ ਦੇ 2 ਸਪੁੱਤਰ ਤੇ 1 ਸਪੁੱਤਰੀ ਸੀ। ਆਪ ਜੀ ਦੀ ਸਪੁੱਤਰੀ ਦਾ ਆਨੰਦ ਕਾਰਜ ਗੁਰੂ ਬਾਬਾ ਜੀ ਨੇ ਆਪ ਆਪਣੀ ਮਿਹਰ ਸਦਕਾ ਲਾਹੌਰ ਨਿਵਾਸੀ ਭਾਈ ਮਨਸੁਖ ਤੋਂ ਸੇਵਾ ਲੈ ਕੇ ਕੀਤਾ ਤੇ ਆਪ ਜੀ ਦੇ ਚਲਾਣੇ ਤੋਂ ਬਾਅਦ ਆਪ ਜੀ ਦਾ 1 ਸਪੁੱਤਰ ਸਜਾਦਾ ਤਾਂ ਕਰਤਾਰਪੁਰ ਹੀ ਰਿਹਾ ਅਤੇ ਦੂਜਾ ਸਪੁੱਤਰ ਰਜਾਦਾ ਤਲਵੰਡੀ ਚਲਾ ਗਿਆ। ਭਾਈ ਮਰਦਾਨਾ ਜੀ ਦੇ ਦੋਵੇਂ ਹੀ ਸਪੁੱਤਰਾਂ ਨੇ ਰਾਗ ਵਿਦਿਆ ਨੂੰ ਅੱਗੇ ਤੋਰੀ ਰੱਖਿਆ ਤੇ ਗੁਰੂ ਘਰ ਵਿੱਚ ਰਾਗ ਦੇ ਮਾਹਿਰ ਸਦਵਾਏ। ਭਾਈ ਮਰਦਾਨਾ ਜੀ ਵਾਂਗੂ ਹੀ ਭਾਈ ਸਜਾਦੇ ਤੇ ਵੀ ਗੁਰੂ ਬਾਬਾ ਜੀ ਨੇ ਆਪਣੀ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਨਿਹਾਲ ਕੀਤਾ। ਭਾਈ ਸਜਾਦਾ ਜੀ ਵੀ ਰਬਾਬ ਦੇ ਧਨੀ ਸਨ ਤੇ ਸੰਗੀਤਕ ਸੁਰਾਂ ਦੇ ਰਾਗ ਮਾਹਿਰ ਹੋ ਨਿਤਰੇ। ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਵਡਿਆਈ ਹੈ ਕਿ ਜਿਸ ਤੇ ਵੀ ਗੁਰੂ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਪਾਈ ਉਹ ਨਿਹਾਲ ਤਾਂ ਹੋਇਆ ਹੀ, ਨਾਲ ਹੀ ਆਵਾਗਮਨ ਦੇ ਚੱਕਰ ਤੋਂ ਵੀ ਮੁਕਤ ਹੋ ਗਿਆ। ਕਿੰਨੇ ਨਸੀਬਾਂ ਵਾਲੇ ਸਨ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਗੁਰੂ ਬਾਬਾ ਜੀ ਵਰਗਾ ਮੁਰਸ਼ਦ ਮਿਲ ਗਿਆ। ਗੁਰੂ ਬਾਬਾ ਜੀ ਦੀ ਅਪਾਰ ਰਹਿਮਤ ਸਦਕਾ ਮਿਰਾਸੀ ਮਰਦਾਨਾ ਰਬਾਬੀ ਬਣ ਗਿਆ। ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।